प्यारे प्यारे नन्हे मुन्ने विद्यार्थियों, प्यार भरी सत श्री अकाल। हुण तुहानूं पता है कि अपने सितंबर के पेपर होणगे, इसलिए दरियाई वास्ते अज आपां 6वीं श्रेणी के पाठ नंबर 9 थाल उसकी दरियाई करांगे। प्यारे विद्यार्थियों, पहलां तुहानूं पढ़ाया जा चुका है, जे नहीं पढ़िया तो दुबारा पढ़िओ। मैं तुहानूं प्रश्न उत्तर करावांगी दरियाई सारी, तुसीं नाल अपनी कापी भी खोल सकदे हो, देख सकदे हो, बोल के दसांगी। तो इन्हां नूं अपने ऐन मन नाल चेते करना है। रट्टा बिल्कुल ना लाइओ, कुछ तुसीं पढ़ोगे कुछ मेथों सुनोगे, तो दोबारा भी तुसीं लिखण की कोशिश कर सकते हो कि असीं अपने आप किवें लिख सकते हैं। तो प्यारे विद्यार्थियों, जो थाल है पाठ, थाल विच एक बाल खेड का वर्णन किया गया। अजकल मनोरंजन के बहुत साधन आ गए, पर जदों ये मनोरंजन के साधन नहीं सी, कोई टीवी नहीं सी, कोई मोबाइल नहीं हुंदा सी, तो कुड़ियाँ अपना मनोरंजन किवें करदियां सी, वो समुच्चा इस खेड दे विच दस्सिया गया है कि कुड़ियाँ किस तरह खेड के अपना मनोरंजन करदियां सी। तां सब तो पहलां जिहड़ा प्रश्न आया है, थाल किस उम्र दियां कुड़ियां दी खेड है। हुण तुहानूं पाठ दे विच आपां पढ़िआ भी थाल आ जिहड़ा बचपन नूं टप के जवानी दियां बरूहां ते खड़ियां मटियार कुड़ियां दी खेड है। भाव ਜਦੋਂ 6-7 साल तो ਵੱਡੀਆਂ हो ਜਾਂਦੀਆਂ ਸੀ ਕੁੜੀਆਂ, ਤਾਂ ਜਵਾਨੀ ਦੀ ਉਮਰ ਤੱਕ 18-19 ਸਾਲ ਦੀ ਉਮਰ ਤੱਕ ਇਹ ਖੇਡ ਹੈ ਜਿਹੜੀ ਖੇਡਦੀਆਂ ਸਨ। ਤਾਂ ਦੁਬਾਰਾ ਫਿਰ ਹੁਣ ਮੈਂ ਤੁਹਾਨੂੰ ਇਹ ਪ੍ਰਸ਼ਨ ਧਰਿਆਉਣ ਲੱਗੀ ਹਾਂ ਕਿ ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ। ਥਾਲ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਉੱਤੇ ਖੜੀਆਂ ਕੁੜੀਆਂ ਦੀ ਖੇਡ ਹੈ। प्रश्न नंबर 2, थाल पाउण लई किस दी वरतों कीती जांदी है अते ਇਹ खेड किवें खेडी जांदी है। ਤਾਂ ਹੁਣ ਆਪਾਂ ਪਾਠ ਵਿੱਚ ਪੜ੍ਹਿਆ ਥਾਲ ਪਾਉਣ ਲਈ ਲੀਰਾਂ ਦੀ, ਜਿਹਨੂੰ ਤੁਸੀਂ ਅੱਜ ਬਾਲ ਕਹਿੰਦੇ ਆ, ਉਦੋਂ ਆਪਾਂ ਕੀ ਕਹਿੰਦੇ ਸੀ, ਖੁੱਦੋ, ਜਿਹੜੀ ਠੇਠ ਪੰਜਾਬੀ ਦਾ ਸ਼ਬਦ ਆ ਖਿੱਦੋ। ਤੇ ਲੀਰਾਂ ਤੇ ਬਾਹਰੋਂ ਧਾਗਿਆਂ ਦੀ ਗੁੰਦੀ ਹੋਈ ਖਿੱਦੋ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕੁੜੀ ਕੀ ਕਰਦੀ ਹੈ, ਹਵਾ ਵਿੱਚ ਉਸਨੂੰ ਉਛਾਲਦੀ ਹੋਈ ਥਾਲ ਦੇ ਬੋਲ ਬੋਲਦੀ ਹੈ, ਉੱਚੀ ਉੱਚੀ। ਇੱਕ ਹੱਥ ਦੇ ਉੱਤੇ ਹਵਾ 'ਚ ਉਛਾਲਦੀ ਹੈ, ਫਿਰ ਸੱਜੇ ਹੱਥ ਦੀ ਤਲੀ ਉੱਤੇ ਬੋਚ ਕੇ, ਤਾਂ ਉਸ ਤੋਂ ਇਸ ਤਰ੍ਹਾਂ ਥਾਲ ਗਿਣੇ ਜਾਂਦੇ ਹੈ ਵੀ ਕਿੰਨੇ ਥਾਲ ਪੈ ਗਏ। ਦੱਸੋ ਇਸ ਪ੍ਰਸ਼ਨ ਦਾ ਉੱਤਰ ਕੀ ਬਣਿਆ। ਥਾਲ ਪਾਉਣ ਲਈ ਲੀਰਾਂ ਦੀ 7 ਤਹਿਆਂ ਵਾਲੀ ਗੇਂਦ ਦੀ ਜਾਂ ਖਿੱਦੋ ਦੀ ਵਰਤੋਂ ਕੀਤੀ ਜਾਂਦੀ ਹੈ। ਖਿੱਦੋ ਸ਼ਬਦ ਲਿਖਾਂਗੇ ਤਾਂ ਜ਼ਿਆਦਾ ਠੀਕ ਹੈ। ਖਿੱਦੋ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕੁੜੀ ਗੇਂਦ ਨੂੰ ਹਵਾ ਵਿੱਚ ਉਛਾਲਦੀ ਹੋਈ ਥਾਲ ਦੇ ਬੋਲ ਗਿਣਦੀ ਹੈ। ਪ੍ਰਸ਼ਨ ਨੰਬਰ 3, ਇਸ ਖੇਡ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ। ਭਾਵ ਕਿੰਨੇ ਜਿਹੜੇ ਕੁੜੀਆਂ ਇੱਕ ਵਾਰੀ ਖੇਡ ਦੇ ਵਿੱਚ ਹਿੱਸਾ ਲੈ ਸਕਦੀਆਂ। ਅਤੇ ਕੁੜੀਆਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੁੰਦੀ, ਅਤੇ ਇੱਕ ਤੋਂ ਵੱਧ ਕੁੜੀਆਂ ਹੋਣੀਆਂ ਚਾਹੀਦੀਆਂ। ਹੁਣ ਤੁਸੀਂ ਆਪ ਹੀ ਸਮਝਦੇ ਵੀ ਇੱਕ ਕੁੜੀ ਤਾਂ ਖੇਡ ਨਹੀਂ ਸਕਦੀ। ਕੁੜੀਆਂ ਦੀ ਜਿਹੜੀ ਕੋਈ ਗਿਣਤੀ ਹੈ ਉਹ ਨਿਸ਼ਚਿਤ ਨਹੀਂ ਹੁੰਦੀ। ਆਮ ਤੌਰ 'ਤੇ ਇੱਕ ਤੋਂ ਵੱਧ ਕੁੜੀਆਂ ਖੇਡਦੀਆਂ, ਇੱਕ ਤੋਂ ਵੱਧ 5 ਵੀ ਹੋ ਸਕਦੀਆਂ, 7 ਵੀ ਹੋ ਸਕਦੀਆਂ। ਤਾਂ ਇਸ ਦਾ ਉੱਤਰ ਕੀ ਬਣਿਆ ਵੀ ਇਸ ਖੇਡ ਦੇ ਵਿੱਚ ਕੁੜੀਆਂ ਦੀ ਕੋਈ ਵੀ ਗਿਣਤੀ ਹੈ ਜੋ ਉਹ ਨਿਸ਼ਚਿਤ ਨਹੀਂ ਹੁੰਦੀ। ਇੱਕ ਤੋਂ ਵੱਧ ਕੁੜੀਆਂ ਇਹ ਖੇਡ ਨੂੰ ਖੇਡ ਸਕਦੀਆਂ। ਪ੍ਰਸ਼ਨ ਨੰਬਰ 4 ਆ ਗਿਆ, ਕੁੜੀਆਂ ਥਾਲ ਦੀ ਖੇਡ ਖੇਡਣ ਵੇਲੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਵਾਰ-ਵਾਰ ਕਰਦੀਆਂ। ਹੁਣ ਆਪਾਂ ਗੀਤ ਇਹਦੇ ਵਿੱਚ ਸੁਣਿਆ ਨਾ, ਮੇਰੀ ਮਾਂ ਦੇ ਲੰਮੇ ਵਾਲ, ਇਸ ਤਰ੍ਹਾਂ ਉਹ ਕਹਿੰਦਾ ਵੀ ਕਿਹੜੇ ਕਿਹੜੇ, ਜਿਹੜਾ ਕਵੀ ਨੇ ਪੁੱਛਿਆ, ਰਿਸ਼ਤਿਆਂ ਦਾ ਜ਼ਿਕਰ ਆਉਂਦਾ। ਤਾਂ ਪਿਆਰੇ ਵਿਦਿਆਰਥੀਓ, ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ।
ਬਾਲ ਦੀ ਖੇਡ ਖੇਡਣ ਸਮੇਂ ਕੁੜੀਆਂ ਆਪਣੇ ਵੀਰ ਭਾਬੀ ਮਾਂ ਪਿਓ ਦੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ। ਕਿਹੜੇ-ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ? ਵੀਰ ਭਾਬੀ ਅਤੇ ਮਾਂ ਪਿਓ ਦੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ। ਪ੍ਰਸ਼ਨ ਨੰਬਰ 5 ਆ ਗਿਆ, ਇਸ ਖੇਡ ਵਿੱਚ ਜਿੱਤ ਹਾਰ ਕਿਵੇਂ ਹੁੰਦੀ ਹੈ? ਕਿਸ ਤਰ੍ਹਾਂ ਪਤਾ ਲੱਗਦਾ? ਭਾਵ ਕੌਣ ਜਿੱਤਿਆ ਕੌਣ ਹਾਰਿਆ? ਤਾਂ ਜਿਹੜੀ ਖਿੱਦੋ ਆ ਉਸ ਨੂੰ ਭੜਕਾਉਂਦਿਆਂ ਜਿਸ ਕੁੜੀ ਦੀ ਸਭ ਤੋਂ ਵੱਧ ਥਾਲ ਪਾਏ ਜਾਂਦੇ ਹਨ ਉਸ ਦੀ ਜਿੱਤ ਜਾਂਦੀ ਹੈ, ਪਰ ਜਿਸ ਨੇ ਘੱਟ ਗਿਣਤੀ ਵਿੱਚ ਪਾਏ ਹੁੰਦੇ ਆ ਉਹ ਹਾਰ ਜਾਂਦੀ ਹੈ। ਜਿੱਤ ਹਾਰ ਦਾ ਕਿਵੇਂ ਪਤਾ ਲੱਗਦਾ? ਖਿੱਦੋ ਨੂੰ ਉੱਪਰ ਭੜਕਾਉਂਦਿਆਂ ਜਿਸ ਕੁੜੀ ਨੇ ਬਹੁਤ ਗਿਣਤੀ ਵਿੱਚ ਥਾਲ ਪਾਏ ਹੋਣ ਤਾਂ ਉਹ ਜਿੱਤ ਜਾਂਦੀ ਹੈ, ਅਤੇ ਜਿਸ ਕੁੜੀ ਨੇ ਘੱਟ ਥਾਲ ਪਾਏ ਹੁੰਦੇ ਹਨ ਉਹ ਹਾਰ ਜਾਂਦੀ ਹੈ। ਵੱਧ ਥਾਲ ਪਾਉਣ ਵਾਲੀ ਕੁੜੀ ਨੂੰ ਜੇਤੂ ਮੰਨਿਆ ਜਾਂਦਾ ਹੈ। ਤਾਂ ਅੱਗੇ ਹੁਣ ਉਸ ਤੋਂ ਅੱਗੇ ਪ੍ਰਸ਼ਨ ਆਇਆ, ਇਸ ਪਾਠ ਵਿੱਚ ਆਏ ਪਹਿਲੇ ਥਾਲ ਦੇ ਕੀ ਬੋਲ ਹਨ? ਤਾਂ ਇਹ ਹੁਣ ਆਪਾਂ ਸਾਰਿਆਂ ਨੇ ਪੜ੍ਹੇ ਆ ਕੀ ਬੋਲ ਹਨ। ਥਾਲ 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 ਮਾਂ ਮੇਰੀ ਦੇ ਲੰਮੇ ਵਾਲ, ਪਿਓ ਮੇਰਾ ਸ਼ਾਹੂਕਾਰ, ਸ਼ਾਹੂਕਾਰ ਨੇ ਬਾਗ ਲਵਾਇਆ, ਅੰਦਰੋਂ ਪਾਣੀ ਰੁੜਦਾ ਆਇਆ। ਰੁੜ ਰੁੜ ਪਾਣੀਆਂ ਸੁਰਮੇ ਦਾਨੀਆਂ, ਸੁਰਮਾ ਪਾਵਾਂ ਕੱਜਲ ਪਾਵਾਂ, ਪਾਵਾਂ ਫੁੱਲ ਗੁਲਾਬ ਦਾ, ਭਾਬੀ ਮੇਰੀ ਜ਼ੁਲਫਾਂ ਵਾਲੀ, ਵੀਰ ਮੇਰਾ ਸਰਦਾਰ, ਆਲ 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 ਹੋਇਆ ਬੀਬੀ ਪਹਿਲਾ ਥਾਲ। ਤਾਂ ਪਹਿਲੇ ਥਾਲ ਦੇ ਬੋਲ ਇਹ ਤੁਸੀਂ ਬੜੀ ਲੈਅ 'ਚ ਯਾਦ ਕਰ ਸਕਦੇ ਹੋ ਜਦੋਂ ਯਾਦ ਕਰਨੇ ਆ। ਤਾਂ ਉਸ ਤੋਂ ਅੱਗੇ ਆ ਗਿਆ 7 ਨੰਬਰ ਪ੍ਰਸ਼ਨ 'ਤੇ, ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ? ਥਾਲ ਦੇ ਬੋਲ ਸੁਣਾਈ ਕਦੋਂ ਦਿੰਦੇ ਹੈ? ਤਾਂ ਥਾਲ ਦੇ ਬੋਲ ਆ ਜਿਹੜੇ ਜਦੋਂ ਖਿੱਦੋ ਦੇ ਬੁੜਕਣ ਜਾਂ ਟੱਪਾ ਲਾਉਣ 'ਤੇ ਥਾਲ ਦੇ ਬੋਲ ਹੈ ਜਿਹੜੇ ਸੁਣਾਈ ਦਿੰਦੇ ਆ ਸਾਨੂੰ। ਤਾਂ ਇਹਦੇ ਵਿੱਚ ਇੱਕ ਅਸੀਂ ਹੋਰ ਵੀ ਲਿਖ ਸਕਦੇ ਹਾਂ ਕਿ ਥਾਲ ਦੇ ਬੋਲ ਸਾਨੂੰ ਕਦੋਂ ਸੁਣਾਈ ਦਿੰਦੇ ਹਨ? ਤਾਂ ਥਾਲ ਦੇ ਬੋਲ ਜਦੋਂ ਖਿੱਦੋ ਦੇ ਬੁੜਕਣ ਜਾਂ ਟੱਪਾ ਲਾਉਣ ਨਾਲ ਸਾਨੂੰ ਥਾਲ ਦੇ ਬੋਲ ਸੁਣਾਈ ਦਿੰਦੇ ਹਨ। ਅਤੇ ਇਸ ਨਾਲ ਆਪਾਂ ਇੱਕ ਹੋਰ ਵੀ ਜੋੜ ਸਕਦੇ ਸੀ ਕਿ ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਅੱਧੀ ਛੁੱਟੀ ਵੇਲੇ ਵੀ ਥਾਲ ਦੇ ਬੋਲ ਸੁਣਾਈ ਦਿੰਦੇ ਆ। ਹੁਣ ਇਹ 2 ਪ੍ਰਸ਼ਨ ਇਹਦੇ ਵਿੱਚ ਜੁੜਦੇ ਆ ਵੀ ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਆ? ਜਦੋਂ ਟੱਪਾ ਪਾਉਂਦੀ ਹੈ ਲੜਕੀ ਉਦੋਂ ਸੁਣਾਈ ਦਿੰਦੀ ਹੈ, ਜਾਂ ਅੱਧੀ ਛੁੱਟੀ ਵੇਲੇ ਜਦੋਂ ਕੁੜੀਆਂ ਖੇਡਦੀਆਂ ਖੇਡ। ਤਾਂ ਇਹ ਲਾਈਨ ਵੀ ਲਿਖ ਸਕਦੇ ਹਾਂ ਕਿ ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਅੱਧੀ ਛੁੱਟੀ ਵੇਲੇ ਥਾਲ ਦੇ ਬੋਲ ਸੁਣਾਈ ਦਿੰਦੇ ਹਨ। ਉਸ ਤੋਂ ਅੱਗੇ ਆ ਗਿਆ ਖਾਲੀ ਥਾਵਾਂ ਭਰੋ। ਖਾਲੀ ਥਾਵਾਂ ਹੁਣ ਜਦੋਂ ਪਾਠ ਆਪਾਂ ਧਿਆਨ ਨਾਲ ਪੜ੍ਹਿਆ ਤਾਂ ਦੇਖਣਾ ਹੈ ਥਾਲ ਡੈਸ਼ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਕਿਹਦੀ ਹਰਮਨ ਪਿਆਰੀ ਖੇਡ ਹੈ? ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਖਾਲੀ ਥਾਂ ਭਰ ਕੇ ਉਹਦੇ ਥੱਲੇ ਲਾਈਨ ਲਗਾ ਦੇਣੀ ਹੈ। ਇਹ ਖੇਡ ਘਰਾਂ ਦੇ ਡੈਸ਼ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ। ਇੱਕ ਤੋਂ ਵੱਧ ਡੈਸ਼ ਇਹ ਖੇਡ ਖੇਡਦੀਆਂ ਹਨ ਕੁੜੀਆਂ। ਇਹ ਖੇਡ ਖੇਡਦੀਆਂ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਡੈਸ਼ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਡੈਸ਼ ਅਤੇ ਡੈਸ਼ 'ਤੇ ਗਾਏ ਜਾਂਦੇ ਹਨ। ਸੁਰ ਅਤੇ ਤਾਲ 'ਤੇ ਗਾਏ ਜਾਂਦੇ ਹਨ। ਉਸ ਤੋਂ ਅੱਗੇ ਆ ਗਿਆ ਵਿਦਿਆਰਥੀਓ ਵਾਕ ਬਣਾਓ।
ਸਭ ਤੋਂ ਪਹਿਲਾਂ ਵਾਕ ਆ ਗਿਆ ਮੋਹ। ਇਹਦਾ ਸੌਖਾ ਵਾਕ ਬਣਿਆ, ਮਾਂ ਦਾ ਬੱਚੇ ਨਾਲ ਮੋਹ ਹੁੰਦਾ ਹੈ। ਤੁਸੀਂ ਇਸ ਤੋਂ ਅਲੱਗ ਵੀ ਬਣਾ ਸਕਦੇ ਹੋ, ਜ਼ਰੂਰੀ ਨਹੀਂ ਰੱਟਾ ਲਾਉਣਾ। ਜਦੋਂ ਵਾਕ ਬਣਾਉਣਾ ਤਾਂ ਉਹਦਾ ਇਹ ਇੱਕ ਬਹੁਤ ਖਾਸ ਧਿਆਨ ਰੱਖਣਾ ਕਿ ਉਸ ਲਾਈਨ ਦਾ ਇੱਕ ਅਰਥ ਹੋਵੇ। ਮੈਨੂੰ ਆਪਣੇ ਪਿਤਾ ਜੀ ਨਾਲ ਬਹੁਤ ਮੋਹ ਹੈ, ਬੱਚਿਆਂ ਨੂੰ ਖੇਡ ਨਾਲ ਬਹੁਤ ਮੋਹ ਹੁੰਦਾ ਹੈ, ਤਾਂ ਚਲੋ ਇਸ ਤੋਂ ਆਪਾਂ ਇੱਥੇ ਕੀ ਲਿਖ ਸਕਦੇ ਹਾਂ, ਆਪਣੀ ਮਾਂ ਦਾ ਬੱਚੇ ਨਾਲ ਬਹੁਤ ਮੋਹ ਹੁੰਦਾ ਹੈ। ਨੰਬਰ 2 'ਤੇ ਆਇਆ ਵਾਕ ਦਲਾਨ। ਕੁੜੀਆਂ ਦਲਾਨ ਵਿੱਚ ਖੇਡ ਰਹੀਆਂ ਸਨ। ਹੁਣ ਪਿਆਰੇ ਵਿਦਿਆਰਥੀਓ, ਵੀ ਸਕੂਲ ਲੱਗਣ ਨਾ ਕਰਕੇ ਤੁਹਾਨੂੰ ਪਾਠ ਨਹੀਂ ਪੜ੍ਹਾਇਆ ਜਾਂਦਾ। ਜੇ ਪੜ੍ਹਾਇਆ ਗਿਆ ਮਤਲਬ ਜਿਵੇਂ ਅਸੀਂ ਕਲਾਸਰੂਮ 'ਚ ਪੜ੍ਹਾਉਣਾ ਸੀ। ਜੇ ਕਿਸੇ ਵਿਦਿਆਰਥੀ ਨੂੰ ਦਲਾਨ ਦੇ ਅਰਥ ਨਾ ਪਤਾ ਹੋਵੇ, ਜਿਸ ਤਰ੍ਹਾਂ ਅੱਜ ਤੁਸੀਂ ਕਹਿੰਦੇ ਆ ਹਾਲ ਕਮਰਾ, ਪਿਛਲੇ ਸਮਿਆਂ ਦੇ ਵਿੱਚ ਇੱਕ ਬਹੁਤ ਵੱਡਾ ਦਰਵਾਜ਼ਾ ਹੁੰਦਾ ਸੀ ਘਰ ਦੀ, ਜਦੋਂ ਘਰ ਦੇ ਵਿੱਚ ਐਂਟਰ ਕਰਦੇ ਸੀ, ਦਾਖਲ ਕਰਦੇ ਸੀ, ਅਤੇ ਬਹੁਤ ਵੱਡਾ ਕਮਰਾ ਸੀ, ਉਹਨੂੰ ਵੱਡੇ ਗੇਟ ਲੱਗੇ, ਅਤੇ ਉਹਨੂੰ ਦਲਾਨ ਕਿਹਾ ਜਾਂਦਾ ਸੀ। ਸਾਰੇ ਘਰਾਂ 'ਚ ਤਾਂ ਦਲਾਨ ਨਹੀਂ ਹੁੰਦਾ ਸੀ, ਕਈ ਘਰਾਂ 'ਚ ਹੁੰਦਾ ਸੀ, ਕਈਆਂ 'ਚ ਨਹੀਂ। ਤਾਂ ਮਹੱਲੇ ਦੇ ਸਾਰੇ ਜਿਹੜੇ ਬੱਚੇ ਆ ਉਹ ਇਕੱਠੇ ਹੋ ਕੇ ਉਸ ਦਲਾਨ ਵਿੱਚ ਖੇਡਦੇ ਸੀ। ਤਾਂ ਦਲਾਨ ਸ਼ਬਦ ਉਸ ਨੂੰ ਕਿਹਾ ਜਾਂਦਾ ਹੈ, ਵੱਡੇ ਇੱਕ ਕਮਰੇ ਨੂੰ। ਅਤੇ ਕਹਿੰਦੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਦਲਾਨ ਵਿੱਚ ਖੇਡ ਰਹੀਆਂ ਸਨ। ਸੁਗੰਧੀ, ਮੈਨੂੰ ਗੁਲਾਬ ਦੇ ਫੁੱਲ ਦੀ ਸੁਗੰਧੀ ਬਹੁਤ ਪਿਆਰੀ ਹੈ। ਸੁਗੰਧੀ ਦਾ ਕੋਈ ਵੀ ਬਣਾ ਸਕਦੇ ਹਾਂ। ਮੈਨੂੰ ਜਿਸ ਕਿਸੇ ਵੀ ਚੀਜ਼ ਦੀ ਤੁਹਾਨੂੰ ਸੁਗੰਧੀ ਪਿਆਰੀ ਲੱਗਦੀ ਹੈ ਤਾਂ ਉਸ ਦਾ ਵਾਕ ਬਣਾ ਸਕਦੇ ਹਾਂ। ਮਨੋਰੰਜਨ, ਕਹਾਣੀਆਂ ਸਾਡਾ ਮਨੋਰੰਜਨ ਕਰਦੀਆਂ ਹਨ, ਸਿਨੇਮਾ ਸਾਡਾ ਮਨੋਰੰਜਨ ਕਰਦਾ ਹੈ, ਕਿਤਾਬਾਂ ਸਾਡਾ ਮਨੋਰੰਜਨ ਕਰਦੀਆਂ ਹਨ। ਦਿਲਚਸਪ, ਮੈਨੂੰ ਇਹ ਕਹਾਣੀ ਬਹੁਤ ਦਿਲਚਸਪ ਲੱਗੀ, ਅੱਜ ਮੇਰੇ ਦਾਦੀ ਜੀ ਨੇ ਬਹੁਤ ਦਿਲਚਸਪ ਕਹਾਣੀ ਸੁਣਾਈ। ਉਤਸੁਕਤਾ, ਜਿਵੇਂ ਆਪਣੇ ਤੋਂ ਉਤਸੁਕਤਾ ਦਾ ਮਤਲਬ ਕੁਛ ਅੱਗੇ ਜਾਣਨ ਵਾਸਤੇ ਚਾਹਤ ਬਣੀ ਰਹਿਣੀ। ਬੱਚੇ ਬਹੁਤ ਉਤਸੁਕਤਾ ਨਾਲ ਸਕੂਲ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਅਡੋਲ, ਜਿਹੜਾ ਬੰਦਾ ਡੋਲੇ ਨਾ। ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਵੀ ਅਡੋਲ ਰਹੇ। ਜਾਂ ਸਾਨੂੰ ਕਿੰਨਾ ਵੀ ਔਖਾ ਸਮਾਂ ਆ ਜਾਵੇ, ਸਾਨੂੰ ਹਮੇਸ਼ਾ ਅਡੋਲ ਰਹਿਣਾ ਚਾਹੀਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਤੁਹਾਡੀ 9ਵੇਂ ਪਾਠ ਦੀ ਜਿਹੜੀ ਤੁਹਾਨੂੰ ਦਰਿਆਈ ਕਰਾਈ ਗਈ, ਆਸ ਹੈ ਕਿ ਤੁਹਾਨੂੰ ਯਾਦ ਹੋਊਗਾ। ਨਾਲ ਕਾਪੀ ਖੋਲ੍ਹ ਕੇ ਯਾਦ ਕਰਨਾ। ਧੰਨਵਾਦ। ਇਸ ਤੋਂ ਬਾਅਦ ਫਿਰ ਅੱਗੇ ਦਰਿਆਈ ਕਰਵਾਈ ਜਾਵੇਗੀ।